ਵੈਲਕਮ ਮਾਈ ਡੀਅਰ ਸਟੂਡੈਂਟਸ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਲੈਟਸ ਲਰਨ ਵਿਦ ਈਜ਼ੀ ਟ੍ਰਿਕਸ ਤੇ। ਬੇਟੇ ਅੱਜ ਆਪਾਂ ਸ਼ੁਰੂ ਕਰ ਰਹੇ ਹਾਂ ਤੁਹਾਡੀ ਐਕਸਰਸਾਈਜ਼ 11.2। ਇਹਦੇ ਵਿੱਚ ਜੋ ਸ਼ੇਪਸ ਯੂਜ਼ ਹੋਈਆਂ ਨੇ ਬੇਟੇ, ਪਹਿਲਾਂ ਆਪਾਂ ਉਹਨਾਂ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਤਾਂ ਮੈਂ ਇੱਕ ਫਿਗਰ ਡਰਾ ਕਰ ਰਹੀ ਹਾਂ। ਸੋਚੋ ਇਹ ਕਿਸ ਤਰ੍ਹਾਂ ਦੀ ਫਿਗਰ ਹੈ, ਇਹਦਾ ਨਾਮ ਕੀ ਹੈ? ਤਾਂ ਇਹ ਫਿਗਰ ਹੁੰਦੀ ਹੈ ਬੇਟਾ ਟ੍ਰੈਪੀਜ਼ੀਅਮ। ਠੀਕ ਹੈ ਜੀ। ਤਾਂ ਇਹਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ? ਸਮਲੰਬ ਚਤੁਰਭੁਜ। ਸਮਲੰਬ ਇੱਕੋ ਜਿਹੇ ਲੰਬ, ਜਦੋਂ ਆਪਾਂ ਇਹਦੇ ਤੇ ਲੰਬ ਡਰਾ ਕਰਦੇ ਹਾਂ ਤਾਂ ਉਹਨਾਂ ਦੀ ਉਚਾਈ ਸਮਾਨ ਹੁੰਦੀ ਹੈ। ਤਾਂ ਬੇਟਾ ਇਹਦੇ ਵਿੱਚ ਕੀ ਕੀ ਖਾਸੀਅਤ ਹੈ? ਇਹਦੀ ਇਹ ਬੇਸ ਵਾਲੀ ਲਾਈਨ ਤੇ ਇਹ ਉੱਪਰ ਵਾਲੀ ਲਾਈਨ, ਇਹ ਦੋਨੇ ਇੱਕ ਦੂਜੇ ਦੇ ਸਮਾਨਾਂਤਰ ਹੁੰਦੀਆਂ ਨੇ। ਕੀ ਹੁੰਦੀਆਂ ਨੇ? ਸਮਾਂਤਰ, ਪੈਰਲਲ। ਠੀਕ ਹੈ। ਤੇ ਜਦੋਂ ਹੁਣ ਇਹ ਪੈਰਲਲ ਨੇ ਤਾਂ ਪੈਰਲਲ ਦੇ ਵਿੱਚ ਦੂਰੀ ਹਮੇਸ਼ਾ ਕੀ ਹੁੰਦੀ ਹੈ? ਬਰਾਬਰ। ਤੇ ਜਿਹੜੀਆਂ ਦੋ ਦੂਸਰੀਆਂ ਸਾਈਡਸ ਬਚ ਜਾਂਦੀਆਂ ਨੇ ਉਹ ਆਪਸ ਵਿੱਚ ਪੈਰਲਲ ਨਹੀਂ ਹੁੰਦੀਆਂ। ਠੀਕ ਹੈ। ਤਾਂ ਇਹਨਾਂ ਵਿੱਚ ਇੱਕ ਹੀ ਜੋੜਾ ਸਮਾਂਤਰ ਹੁੰਦਾ। ਤਾਂ ਮੰਨ ਲਓ ਇਧਰਲੀ ਸਾਈਡ A ਹੈ ਤੇ ਦੂਜੀ ਸਾਈਡ ਜਿਹੜੀ ਉਸਦੇ ਸਮਾਨਾਂਤਰ ਹੈ ਉਹ B ਹੈ, ਤੇ ਜਿਹੜਾ ਇਸ ਦਾ ਲੰਬ ਹੈ ਉਹ H ਹੈ। ਠੀਕ ਹੈ। ਤਾਂ ਇਸ ਦੇ ਖੇਤਰਫਲ ਦਾ ਫਾਰਮੂਲਾ ਕੀ ਬਣੇਗਾ? ਸਮਲੰਬ ਚਤੁਰਭੁਜ ਦੇ ਖੇਤਰਫਲ ਦਾ ਫਾਰਮੂਲਾ ਏਰੀਆ ਆਫ ਟ੍ਰੈਪੀਜ਼ੀਅਮ 1/2 ਗੁਣਾ ਸਮਾਂਤਰ ਭੁਜਾਵਾਂ ਦਾ ਜੋੜ ਗੁਣਾ ਉਚਾਈ। ਠੀਕ ਹੈ ਜੀ। ਇਹਨੂੰ ਇੱਦਾਂ ਯਾਦ ਰੱਖਣਾ ਹੈ, 1/2 ਦੋਨੇ ਜਿਹੜੀਆਂ ਸਮਾਂਤਰ ਭੁਜਾਵਾਂ ਉਹਨਾਂ ਦਾ ਜੋੜ ਗੁਣਾ ਉਚਾਈ। ਤੇ ਇੰਗਲਿਸ਼ ਦੇ ਵਿੱਚ ਇਹਨੂੰ ਕਿਸ ਤਰ੍ਹਾਂ ਲਿਖੋਗੇ? ਸਮ ਆਫ ਪੈਰਲਲ ਸਾਈਡਸ, ਇਹ ਪੈਰਲਲ ਦਾ ਸਿੰਬਲ ਹੈ। ਠੀਕ ਹੈ। ਇਨਟੂ ਹਾਈਟ। ਇੱਕ ਇਹਨੂੰ ਥਰਡ ਟਾਈਪ ਦੇ ਨਾਲ ਕਿਵੇਂ ਲਿਖ ਸਕਦੇ ਹੋ? ਤੀਜੇ ਤਰੀਕੇ ਨਾਲ 1/2 ਗੁਣਾ, ਆਪਾਂ A ਤੇ B ਲਿੱਤੀਆਂ ਸੀ ਨਾ ਸਾਈਡਸ, A ਪਲੱਸ B ਇੰਟੂ ਹਾਈਟ ਕਿੰਨੀ ਲਿੱਤੀ ਸੀ? H। ਤਾਂ ਤਿੰਨਾਂ ਤਰੀਕਿਆਂ ਦੇ ਨਾਲ ਆਪਾਂ ਇਸ ਫਾਰਮੂਲੇ ਨੂੰ ਲਿਖ ਸਕਦੇ ਹਾਂ। ਠੀਕ ਹੈ। 1/2 ਗੁਣਾ ਸਮਾਂਤਰ ਭੁਜਾਵਾਂ ਦਾ ਜੋੜ ਗੁਣਾ ਉਚਾਈ, 1/2 ਗੁਣਾ ਸਮ ਆਫ ਦਾ ਪੈਰਲਲ ਸਾਈਡਸ ਇੰਟੂ ਹਾਈਟ, ਜਾਂ ਫਿਰ A B ਤੇ H ਯਾਦ ਰੱਖ ਲਓ ਵੀ ਕਿੱਥੇ ਕਿੱਥੇ ਲਿੱਤੇ ਨੇ ਤੁਸੀਂ। A ਤੇ B ਕੀ ਨੇ? ਪੈਰਲਲ ਸਾਈਡਸ। H ਕੀ ਹੈ? ਉਹਦੀ ਹਾਈਟ। ਠੀਕ ਹੈ ਬੇਟਾ, ਇਹ ਸਮਝ ਆ ਗਿਆ। ਹੁਣ ਇਸ ਤੋਂ ਨੈਕਸਟ ਜਿਹੜੀ ਇਹਦੇ ਵਿੱਚ ਫਿਗਰ ਆਉਣੀ ਹੈ ਉਹ ਹੈਗੀ ਹੈ, ਹਾਂਜੀ ਪਛਾਣੋ ਇਹ ਕਿਸ ਤਰ੍ਹਾਂ ਦੀ ਫਿਗਰ ਹੈ? ਇਹ ਹੈਗੀ ਹੈ ਬੇਟਾ ਰੋਮਬਸ, ਜਿਹਨੂੰ ਆਪਾਂ ਕਹਿੰਦੇ ਆ ਸਮਚਤੁਰਭੁਜ। ਇਹਦੀਆਂ ਸਾਰੀਆਂ ਹੀ ਭੁਜਾਵਾਂ ਬਰਾਬਰ ਹੁੰਦੀਆਂ ਨੇ, ਪਰ ਜਿਹੜੇ ਇਹਦੇ ਵਿਕਰਨ ਨੇ ਬੇਟਾ ਉਹ ਬਰਾਬਰ ਨਹੀਂ ਹੁੰਦੇ। ਵਿਕਰਨ ਇੱਕ ਦੂਜੇ ਨੂੰ 90 ਦੇ ਕੋਣ ਤੇ ਬਾਈਸੈਕਟ ਕਰਦੇ ਹੁੰਦੇ ਨੇ। ਮੰਨ ਲਓ ਇੱਕ ਵਿਕਰਨ ਇਹਦਾ ਹੈਗਾ D1 ਤੇ ਦੂਜਾ ਵਿਕਰਨ ਇਹਦਾ ਹੈਗਾ D2, ਆਪਾਂ ਇਹਦੇ ਨਾਮ ਰੱਖ ਲਏ। ਤਾਂ ਇਸ ਦੇ ਖੇਤਰਫਲ ਦਾ ਫਾਰਮੂਲਾ ਕੀ ਬਣੇਗਾ? 1/2 ਗੁਣਾ ਪਹਿਲਾ ਵਿਕਰਨ ਗੁਣਾ ਦੂਜਾ ਵਿਕਰਨ। ਜੇ ਆਪਾਂ ਇਹਨੂੰ ਲਿਖ ਕੇ ਯਾਦ ਕਰਨਾ ਹੋਵੇ, 1/2 ਗੁਣਾ ਪਹਿਲਾ ਵਿਕਰਨ ਗੁਣਾ ਦੂਜਾ ਵਿਕਰਨ। ਇੰਗਲਿਸ਼ ਲਿਖਣਾ ਹੋਵੇ ਤਾਂ 1/2 ਗੁਣਾ ਡਾਇਗਨਲ 1 ਗੁਣਾ ਡਾਇਗਨਲ 2। ਠੀਕ ਹੈ ਜੀ। ਕਿਸੇ ਵੀ ਢੰਗ ਨਾਲ ਤੁਸੀਂ ਇਸ ਫਾਰਮੂਲੇ ਨੂੰ ਯਾਦ ਕਰ ਸਕਦੇ ਹੋ। ਠੀਕ ਹੈ ਬੇਟਾ ਜੀ। ਤਾਂ ਇਹ ਆਪਾਂ ਨੇ ਫਾਰਮੂਲੇ ਯਾਦ ਕਰ ਲਏ। ਹੁਣ ਆਪਾਂ ਇਹਨਾਂ ਦੀ ਐਕਸਰਸਾਈਜ਼ ਤੇ ਚੱਲਦੇ ਹਾਂ ਕਿ 11.2 ਦੇ ਕੁਐਸਚਨਸ ਕਿਸ ਤਰ੍ਹਾਂ ਦੇ ਨੇ। ਹਾਂਜੀ ਦੇਖੋ ਜੀ, ਆਪਾਂ ਹੁਣ ਫਸਟ ਕੁਐਸਚਨ ਸ਼ੁਰੂ ਕਰਦੇ ਹਾਂ। ਇਹਦੇ ਵਿੱਚ ਹੈ the shape of the top surface of table is a trapezium। ਤਾਂ ਕਹਿੰਦੇ ਇੱਕ ਮੇਜ਼ ਬਣਾਇਆ ਹੋਇਆ ਹੈ ਤੇ ਉਹਦਾ ਜਿਹੜਾ ਉੱਪਰਲਾ ਸਤ੍ਹਾ ਹੈ ਉਹ ਸਮਲੰਬ ਹੈ। find its area if its parallel sides are 1 meter and 1.2 meter and perpendicular distance between them is 0.8। ਪਹਿਲਾਂ ਆਪਾਂ ਇਹਨੂੰ ਪੰਜਾਬੀ 'ਚ ਵੀ ਪੜ੍ਹ ਲਈਏ। ਜੇ ਕਹਿੰਦੇ ਮੇਜ਼ ਦੀ ਉੱਪਰਲੀ ਸਤ੍ਹਾ ਜਿਹੜੀ ਹੈ ਉਹਦਾ ਆਕਾਰ ਸਮਲੰਬ ਵਰਗ ਹੈ ਤੇ ਸਮਾਂਤਰ ਭੁਜਾਵਾਂ 1 ਮੀਟਰ ਤੇ 1.2 ਮੀਟਰ ਨੇ, ਇਹ ਦਿੱਤੀਆਂ ਹੋਈਆਂ ਨੇ ਸਮਾਨਾਂਤਰ ਦੋਨੋਂ। ਠੀਕ ਹੈ। ਤਾਂ ਇਹਨਾਂ ਦੇ ਵਿਚਕਾਰਲੀ ਦੂਰੀ ਹੈ ਜਿਹੜੀ ਸਮਾਂਤਰ ਭੁਜਾਵਾਂ ਦੇ ਉਹ 0.8 ਹੈ। ਤਾਂ ਇਸ ਦਾ ਖੇਤਰਫਲ ਪਤਾ ਕਰੋ। ਤਾਂ ਬੇਟਾ ਸ਼ੁਰੂ ਕਰਦੇ ਹਾਂ ਇਸ ਸਮ ਨੂੰ ਆਪਾਂ ਕਰਨਾ। ਪਹਿਲਾਂ ਫਾਰਮੂਲਾ ਲਿਖਾਂਗੇ, ਸਮਲੰਬ ਚਤੁਰਭੁਜ ਦਾ ਖੇਤਰਫਲ
ਬਰਾਬਰ ਹੈ 1/2 ਗੁਣਾ ਸਮਾਨਾਂਤਰ ਭੁਜਾਵਾਂ ਦਾ ਜੋੜ ਗੁਣਾ ਉਚਾਈ। ਏਰੀਆ ਆਫ ਟ੍ਰੈਪੀਜ਼ੀਅਮ ਇਜ਼ ਇਕੁਅਲ ਟੂ, ਠੀਕ ਹੈ ਜੀ। ਹੁਣ ਇੱਥੇ ਇਹਨਾਂ ਦੀਆਂ ਵੈਲਿਊਜ਼ ਭਰੋ। ਬੁੱਕ ਤੁਹਾਡੀ ਸਭ ਦੀ ਨਾਲ ਖੁੱਲੀ ਹੈ ਨਾ, ਤਾਂ ਕਿਹੜੇ ਪੈਰਲਲ ਸਾਈਡਸ ਦਿੱਤੀਆਂ ਹੋਈਆਂ ਨੇ 1.2 ਤੇ 1 ਮੀਟਰ। ਹਾਈਟ ਕਿੰਨੀ ਦਿੱਤੀ ਹੋਈ ਹੈ 0.8 ਮੀਟਰ। ਹੁਣ ਦੇਖੋ ਇੱਥੇ ਗਲਤੀ ਆਪਾਂ ਕਿੱਥੇ ਕਰਦੇ ਹਾਂ, 1.2 ਦੇ ਵਿੱਚ ਜਦੋਂ 1 ਜੋੜਨਾ ਤਾਂ ਤੁਸੀਂ ਇੱਥੇ ਰੱਖ ਕੇ ਜੋੜ ਜਾਂਦੇ ਹੋ, ਠੀਕ ਹੈ। ਇਹ ਨਹੀਂ ਗਲਤੀ ਕਰਨੀ ਆਪਾਂ। ਜਿਹੜਾ 1 ਹੈ ਉਹ ਪੂਰਾ ਹੈ ਤਾਂ ਪੂਰੇ ਨੀਚੇ ਲਿਖਿਆ ਜਾਊਗਾ, ਤਾਂ ਆਪਣੇ ਕੋਲ ਪੁਆਇੰਟ ਤੋਂ ਬਾਅਦ ਅੱਖਰ ਨਹੀਂ ਹੈਗਾ ਤਾਂ 0 ਲਿਖਾਂਗੇ, ਤਾਂ ਇਹਦਾ ਆਨਸਰ ਆਊਗਾ 2.2 ਜੋੜ ਕਰਕੇ ਗੁਣਾ 0.8। ਜੇ ਤਾਂ ਐਦਾਂ ਹੀ ਗੁਣਾ ਕਰਨੀ ਆਉਂਦੀ ਹੈ ਫਿਰ ਤਾਂ ਜ਼ਿਆਦਾ ਵਧੀਆ ਗੱਲ ਹੈ, ਨਹੀਂ ਤਾਂ ਫਿਰ ਇਹਨੂੰ ਹੱਲ ਕਰਨ ਦਾ ਢੰਗ ਦੇਖੋ। ਪੁਆਇੰਟ ਹਟਾ ਕੇ ਬਟੇ ਕਿੰਨੇ ਲਿਖ ਲਓ 10, ਆਈ 8 ਦੇ ਬਟੇ ਕਿੰਨਾ ਆ ਜਾਊਗਾ 10। 2 ਨਾਲ ਕਟਾ ਲਓ ਤੁਸੀਂ 22 ਨੂੰ, ਕਿੰਨਾ ਆ ਗਿਆ 11। ਤੁਹਾਨੂੰ ਬਹੁਤ ਵਾਰ ਦੱਸਿਆ ਹੋਇਆ ਕਿ ਜੇ ਬਟੇ ਦੇ ਵਿੱਚ 10, 100 ਜਾਂ 1000 ਇੱਦਾਂ ਦੀ ਕੋਈ ਰਕਮ ਬਚਦੀ ਹੈ ਤਾਂ ਉਹਨੂੰ ਨਾ ਕਟਾਇਆ ਕਰੋ, ਠੀਕ ਹੈ। ਉੱਪਰਲਿਆਂ ਨੂੰ ਗੁਣਾ ਕਰਕੇ ਕਿੰਨਾ ਆ ਜਾਊਗਾ ਤੁਹਾਡੇ ਕੋਲ 11 8 88 ਬਟੇ ਕਿੰਨਾ ਆ ਗਿਆ 10 ਨੂੰ 10 ਨਾਲ ਗੁਣਾ ਕਰਕੇ 100। ਹੁਣ ਬੇਟੇ ਜਦੋਂ ਆਪਾਂ ਇਹਦੇ 'ਚੋਂ ਪੁਆਇੰਟ ਲਗਾਉਣਾ ਤਾਂ ਆਪਣੇ ਕੋਲ ਹੇਠਾਂ 2 ਜ਼ੀਰੋਆਂ ਨੇ, ਤਾਂ 2 ਅੱਖਰ ਗਿਣ ਕੇ ਆਪਣੇ ਕੋਲੇ ਪੁਆਇੰਟ ਆ ਜਾਊਗਾ ਅਤੇ ਮੂਹਰੇ ਕੀ ਲਗਾ ਦਾਂਗੇ ਆਪਾਂ 0। ਇਹ ਸੀਗੇ ਸੈਂਟੀਮੀਟਰ, ਤਾਂ ਖੇਤਰਫਲ ਕੱਢ ਰਹੇ ਹਾਂ ਸੈਂਟੀਮੀਟਰ ਦਾ ਸਕੁਅਰ ਨਾਲ ਲੱਗ ਜੂਗਾ, ਤਾਂ ਇਹਦਾ ਆਨਸਰ ਆ ਜਾਊਗਾ 0.88 ਸੈਂਟੀਮੀਟਰ ਸਕੁਅਰ। ਸੌਖਾ ਹੀ ਸੀਗਾ ਨਾ। ਦੇਖੋ ਸਾਰੀਆਂ ਤੁਹਾਨੂੰ ਮੈਜਰਮੈਂਟਸ ਪਤਾ ਸੀ, ਸਮਾਂਤਰ ਭੁਜਾਵਾਂ ਪਤਾ ਸੀ, ਸਮਾਂਤਰ ਭੁਜਾਵਾਂ ਦੇ ਵਿਚਕਾਰ ਦੂਰੀ ਪਤਾ ਸੀ, ਸਾਰਾ ਬਸ ਫਾਰਮੂਲਾ ਯਾਦ ਹੋਣਾ ਚਾਹੀਦਾ, ਵੈਲਿਊਜ਼ ਭਰੀਆਂ ਤੇ ਆਪਣੇ ਕੋਲ ਆਨਸਰ ਆ ਜਾਏਗਾ, ਠੀਕ ਹੈ। ਫਸਟ ਕੁਐਸਚਨ ਸਮਝ ਆ ਗਿਆ, ਇੰਪੋਰਟੈਂਟ ਕੁਐਸਚਨ ਸੀਗਾ ਇਹ। ਹਾਂਜੀ ਸੈਕਿੰਡ ਕੁਐਸਚਨ ਦੇਖੋ, ਇੱਕ ਸਮਲੰਬ ਦਾ ਖੇਤਰਫਲ ਹੈਗਾ 34 ਸੈਂਟੀਮੀਟਰ ਸਕੁਅਰ, ਪਹਿਲਾਂ ਹੀ ਦੇ ਰੱਖਿਆ। ਉਚਾਈ 4 ਸੈਂਟੀਮੀਟਰ ਹੈ, ਇਹ ਵੀ ਦੇ ਰੱਖੀ ਹੈ, ਤੇ ਸਮਾਂਤਰ ਭੁਜਾਵਾਂ ਚੋਂ ਇੱਕ 10 ਸੈਂਟੀਮੀਟਰ ਹੈ। ਦੂਜੀ ਸਮਾਂਤਰ ਭੁਜਾ ਪਤਾ ਕਰਨੀ ਹੈ। ਇੰਪੋਰਟੈਂਟ ਕੁਐਸਚਨ ਹੈ ਬੇਟਾ ਇਹ ਵੀ। ਚਲੋ ਇੰਗਲਿਸ਼ 'ਚ ਸਟੇਟਮੈਂਟ ਦੇਖੋ। ਏਰੀਆ ਆਫ ਟ੍ਰੈਪੀਜ਼ੀਅਮ ਇਜ਼ 34 ਸੈਂਟੀਮੀਟਰ ਸਕੁਅਰ। ਲੈਂਥ ਆਫ ਵਨ ਆਫ ਦਾ ਪੈਰਲਲ ਸਾਈਡਸ ਇਜ਼ 10 ਸੈਂਟੀਮੀਟਰ ਤੇ ਹਾਈਟ ਕਿੰਨੀ ਹੈ 4 ਸੈਂਟੀਮੀਟਰ। ਫਾਈਂਡ ਦਾ ਲੈਂਥ ਆਫ ਦਾ ਅਦਰ ਪੈਰਲਲ ਸਾਈਡ। ਤਾਂ ਇਹਨੂੰ ਲਿਖਾਂਗੇ ਬੇਟਾ ਆਪਾਂ ਸੈਕਿੰਡ ਕੁਐਸਚਨ ਨੂੰ ਜੋ ਗਿਵਨ ਹੈ ਉੱਥੋਂ। ਏਰੀਆ ਆਫ ਟ੍ਰੈਪੀਜ਼ੀਅਮ ਇਜ਼ 34 ਸੈਂਟੀਮੀਟਰ ਸਕੁਅਰ। ਤੇ ਇੱਕ ਜਿਹੜੀ ਆਪਣੇ ਕੋਲੇ ਹਾਈਟ ਹੈ ਉਹ 4 ਦਿੱਤੀ ਹੋਈ ਹੈ ਹਾਈਟ, ਤੇ ਇੱਕ ਜਿਹੜੀ ਸਾਈਡ ਹੈ ਉਹ 10 ਦਿੱਤੀ ਹੋਈ ਹੈ, ਉਹਨੂੰ ਆਪਾਂ A ਮੰਨ ਲਿਆ, ਠੀਕ ਹੈ। ਚਲੋ ਜੀ ਹੁਣ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ। ਫਾਰਮੂਲਾ ਲਿਖ ਲਓ ਪਹਿਲਾਂ, 1/2 ਗੁਣਾ ਸਮਾਨਾਂਤਰ ਭੁਜਾਵਾਂ ਦਾ ਜੋੜ ਗੁਣਾ ਉਚਾਈ। ਤਾਂ ਇਹਦੇ ਵਿੱਚੋਂ ਤੁਹਾਨੂੰ ਇੱਕ ਸਾਈਡ ਪਤਾ ਸੀ ਜਿਹਨੂੰ ਆਪਾਂ A ਮੰਨ ਲਿਆ ਸੀ, ਤੇ ਹਾਈਟ ਪਤਾ ਸੀ। ਇੱਕ ਮਿੰਟ ਮੈਂ ਦੇਖ ਲਾਂ ਹਾਈਟ ਕਿੰਨੀ ਲਿਖੀ ਹੈ 4। ਹਾਂਜੀ ਹੁਣ ਇਹਨੂੰ ਆਪਾਂ ਸੋਲਵ ਕਰਨਾ ਹੈ। ਬ੍ਰੈਕਟ ਵਾਲੀ ਚੀਜ਼ ਨੂੰ ਆਪਾਂ ਪਹਿਲਾਂ ਨਹੀਂ ਕੁਛ ਕਰ ਸਕਦੇ, ਤਾਂ ਜਿਹੜੀ ਬ੍ਰੈਕਟ ਤੋਂ ਬਾਹਰ ਹੈ ਉਹਨੂੰ ਤਾਂ ਕਟਾ ਸਕਦੇ ਹਾਂ। 2 ਦੇ ਨਾਲ 4 ਕੱਟ ਗਿਆ, ਆਪਣੇ ਕੋਲ ਰਹਿ ਗਿਆ 10 + B ਬ੍ਰੈਕਟ ਦੇ ਵਿੱਚ ਮਲਟੀਪਲਾਈ 2 ਬਰਾਬਰ ਕਿੰਨਾ 34। ਅੱਗੇ ਕਿਵੇਂ ਸੋਲਵ ਕਰਾਂਗੇ, 10 + B ਨੂੰ ਇੱਥੇ ਰੱਖ ਲਓ, 2 ਜਿਹਦੇ ਨਾਲ ਮਲਟੀਪਲਾਈ ਹੋ ਰਿਹਾ ਹੈ ਦੂਸਰੀ ਸਾਈਡ ਜਾ ਕੇ ਡਿਵਾਈਡ ਹੋ ਜਾਏਗਾ, ਇਹਨੂੰ ਕਟਾ ਲਓ, ਕਿੰਨਾ ਆ ਗਿਆ 17। ਤਾਂ ਤੁਹਾਡੀ B ਦੂਜੀ ਸਾਈਡ ਕਿੰਨੀ ਆ ਗਈ 10, ਕੀ ਕਹੂਗਾ ਰਾਈਟ ਸਾਈਡ 'ਤੇ ਜਾ ਕੇ ਮਾਈਨਸ ਹੋ ਜਾਊਗਾ, ਜਿਹਦੇ ਨਾਲ ਤੁਹਾਡੀ ਦੂਜੀ ਸਾਈਡ ਆ ਜਾਊਗੀ ਬੇਟਾ 7। ਇਹ ਸੈਂਟੀਮੀਟਰ ਹੀ ਸੀ, ਕਿੰਨੀ ਆ ਜਾਊਗੀ 7 ਸੈਂਟੀਮੀਟਰ। ਤੇ ਆਪਾਂ ਇੱਥੇ ਲਿਖਾਂਗੇ ਕਿਉਂਕਿ ਆਪਾਂ ਨੂੰ ਕੁਐਸਚਨ ਪੁੱਛਿਆ ਗਿਆ ਸੀ, ਲੈਂਥ ਆਫ ਅਦਰ ਪੈਰਲਲ ਸਾਈਡ ਇਜ਼ 7 ਸੈਂਟੀਮੀਟਰ। ਠੀਕ ਹੈ ਬੇਟਾ, ਦੇਖੋ ਇਹ ਸਵਾਲ ਸਮਝ ਆ ਗਿਆ। ਆਪਾਂ ਨੂੰ ਏਰੀਆ ਆਫ ਟ੍ਰੈਪੀਜ਼ੀਅਮ ਗਿਵਨ ਸੀ, ਇੱਕ ਸਾਈਡ ਤੇ ਇਹ ਦੋਨਾਂ ਦੇ ਵਿੱਚ ਜਿਹੜੀ ਦੂਰੀ ਸੀ ਉਹ ਗਿਵਨ ਸੀ। ਤਾਂ ਬੇਟਾ ਜੋ ਜੋ ਪਤਾ ਸੀ ਆਪਾਂ ਫਿਲ ਕਰ ਲਿਆ। ਉਸ ਤੋਂ ਬਾਅਦ ਜਸਟ ਇਕੁਏਸ਼ਨ ਸੋਲਵ ਕਰਨੀ ਹੈ ਕਿ ਪਹਿਲਾਂ ਆਪਾਂ ਨੇ ਮਲਟੀਪਲਾਈ ਵਾਲੀ ਚੀਜ਼ ਡਿਵਾਈਡ 'ਚ ਲਿੱਤੀ ਹੈ, ਫਿਰ ਜੋ ਪਲੱਸ ਹੋ ਰਿਹਾ ਸੀ ਉਹ ਦੂਸਰੀ ਸਾਈਡ ਜਾ ਕੇ ਮਾਈਨਸ ਕੀਤਾ। ਠੀਕ ਹੈ ਬੇਟਾ, ਸਮਝ ਆ ਗਿਆ ਇਹ ਕੁਐਸਚਨ। ਥਰਡ ਕੁਐਸਚਨ ਕਰਦੇ ਹਾਂ। ਥਰਡ ਕੁਐਸਚਨ ਦੇ ਵਿੱਚ ਦੇਖੋ ਬੇਟਾ, ਆਪਾਂ ਨੂੰ ਇੱਕ ਟ੍ਰੈਪੀਜ਼ੀਅਮ ਸ਼ੇਪਡ ਫੀਲਡ ਇਹ ABCD ਬਣਾ ਕੇ ਦਿੱਤਾ ਹੋਇਆ। ਇਹਦਾ ਲੈਂਥ ਆਫ ਫੈਂਸ ਮਤਲਬ ਇਹਦਾ ਸਾਰਾ ਪੈਰੀਮੀਟਰ, ਇੱਥੋਂ ਇਹ ਗੱਲ ਸਮਝਣੀ ਹੈ ਬੱਚੇ,
ਲੈਂਥ ਆਫ ਫੈਂਸ ਦਾ ਮਤਲਬ ਹੈ ਵੀ ਜਿਹੜੀ ਇਹਦੇ ਆਲੇ ਦੁਆਲੇ ਵਾੜ ਲਗਾਉਣੀ ਹੈ, ਮਤਲਬ ਇਹਦਾ ਘੇਰਾ, ਇਹਦਾ ਪਰਿਮਾਪ 120 ਮੀਟਰ ਹੈ। 3 ਸਾਈਡਸ ਤੁਹਾਨੂੰ ਦੇਤੀਆਂ। ਫਾਈਂਡ ਕੀ ਕਰਨਾ ਹੈ? ਏਰੀਆ ਆਫ ਦਿਸ ਫੀਲਡ। ਠੀਕ ਹੈ ਜੀ। ਸਾਈਡ ਏ ਬੀ ਇਜ਼ ਪਰਪੈਂਡੀਕੂਲਰ ਟੂ ਦਾ ਪੈਰਲਲ ਸਾਈਡਸ ਏ ਡੀ ਐਂਡ ਬੀ ਸੀ। ਕਹਿੰਦੇ ਇਹਦੇ ਵਿੱਚੋਂ ਜਿਹੜੀ ਸਾਈਡ ਆਹ ਏ ਬੀ ਹੈ ਉਹ ਪੈਰਲਲ ਸਾਈਡਾਂ ਨੂੰ ਲੰਬ ਹੈ। ਠੀਕ ਹੈ ਜੀ, ਇੰਨੀ ਗੱਲ ਸਮਝ ਆ ਗਈ। ਹੁਣ ਇਹਦੇ ਵਿੱਚ ਕੀ ਹੈ, ਇੱਕ ਤਾਂ ਇਹ ਪੈਰਲਲ ਸਾਈਡਸ ਨੇ ਤੇ ਇਹਨੂੰ ਆਪਾਂ ਗਿਣਨਾ ਹੈ ਹਾਈਟ। ਕਲੀਅਰ ਹੈ ਜੀ। ਹੁਣ ਆਪਾਂ ਇਹਨੂੰ ਸਮ ਨੂੰ ਸੋਲਵ ਕਰਦੇ ਹਾਂ। ਪਹਿਲਾਂ ਫਿਗਰ ਬਣਾਵਾਂਗੇ ਤਾਂ ਕਿ ਤੁਹਾਨੂੰ ਕਲੀਅਰ ਹੋਵੇ। ਸਭ ਤੋਂ ਪਹਿਲਾਂ ਫਿਰ ਆਪਾਂ ਇਸ ਫਿਗਰ ਬਣਾਉਂਦੇ ਹਾਂ ਇਹਦੀ ਥਰਡ ਕੁਐਸਚਨ ਦੀ। ਫਿਗਰ ਨੂੰ ਆਪਾਂ ਨਾਮ ਦਿੰਨੇ ਆ ਏ ਬੀ ਸੀ ਡੀ। ਨਾਮ ਤਾਂ ਉਹਨੇ ਦਿੱਤਾ ਹੀ ਹੋਇਆ ਸੀ, ਤਾਂ ਜੋ ਜੋ ਸਾਈਡ ਦਿੱਤੀ ਹੋਈ ਹੈ ਉਹਨੂੰ ਆਪਾਂ ਪੜ੍ਹਦੇ ਹਾਂ। ਤੁਹਾਡੇ ਕੋਲ ਬੁੱਕ ਹੋਣੀ ਚਾਹੀਦੀ ਹੈ ਬੇਟਾ। ਬੀ ਸੀ ਦਿੱਤੀ ਹੋਈ ਹੈ 48 ਮੀਟਰ, ਡੀ ਸੀ ਦਿੱਤੀ ਹੋਈ ਹੈ 17 ਮੀਟਰ, ਏ ਡੀ ਦਿੱਤੀ ਹੋਈ ਹੈ 40 ਮੀਟਰ, ਤੇ ਇਹਦਾ ਪੈਰੀਮੀਟਰ ਜੋ ਹੈ ਪਰਿਮਾਪ ਉਹ ਦਿੱਤਾ ਹੋਇਆ ਹੈ 120 ਮੀਟਰ। ਤਾਂ ਹੁਣ ਤੁਹਾਨੂੰ ਗੱਲ ਸਮਝ ਆ ਗਈ ਹੋਊਗੀ ਕਿ ਜਦੋਂ ਪੈਰੀਮੀਟਰ ਹੈ ਆਪਣੇ ਕੋਲੇ ਤਾਂ ਉਹ ਹੁੰਦਾ ਸਾਰੀਆਂ ਭੁਜਾਵਾਂ ਦਾ ਜੋੜ। ਸਾਰੀਆਂ ਭੁਜਾਵਾਂ ਕਿਹੜੀਆਂ ਕਿਹੜੀਆਂ ਨੇ? ਏ ਬੀ ਦੇ ਵਿੱਚ ਬੀ ਸੀ ਜੋੜਨੀ ਹੈ, ਬੀ ਸੀ ਦੇ ਵਿੱਚ ਸੀ ਡੀ ਜੋੜਨੀ ਹੈ, ਸੀ ਡੀ ਦੇ ਵਿੱਚ ਏ ਡੀ ਜੋੜਨੀ ਹੈ, ਤਾਂ ਇਹ 120 ਬਣਦਾ। ਹੁਣ ਉਹ ਸਾਈਡਸ ਲਿਖੋ ਜਿਹੜੇ ਜਿਹੜੇ ਤੁਹਾਨੂੰ ਪਤਾ ਨੇ, ਜਿਹਦਾ ਮੈਜਰਮੈਂਟ ਪਤਾ ਹੈ। ਤਾਂ ਏ ਬੀ ਤੁਹਾਨੂੰ ਨਹੀਂ ਪਤਾ, ਬੀ ਸੀ ਹੈ 48, ਸੀ ਡੀ ਹੈ 17 ਤੇ ਏ ਡੀ ਹੈ 40। ਪਹਿਲਾਂ ਇਹਨਾਂ ਨੂੰ ਜੋੜ ਲਓ। ਲੈਫਟ ਸਾਈਡ ਤੇ ਜਿਹੜੀਆਂ ਸਾਈਡਸ ਨੇ ਇਹ ਬਣ ਜੂਗਾ 8 7 6 ਤੇ 4 10 105। ਤਾਂ ਤੁਹਾਡੇ ਕੋਲੇ ਏ ਬੀ ਕਿੰਨੀ ਆ ਜੂਗੀ? 120 ਮਾਈਨਸ 105 ਮਤਲਬ 15 ਮੀਟਰ। ਤਾਂ ਬੇਟਾ ਜੀ ਜਿਹੜਾ ਆਪਣੇ ਕੋਲੇ ਲੈਂਥ ਨਹੀਂ ਪਤਾ ਸੀ, ਹਾਈਟ ਨਹੀਂ ਪਤਾ ਸੀ, ਉਹ ਕਿੰਨੀ ਆ ਗਈ? 15 ਮੀਟਰ। ਹੁਣ ਤਾਂ ਤੁਸੀਂ ਫਾਰਮੂਲਾ ਈਜ਼ੀਲੀ ਲਗਾ ਸਕਦੇ ਹੋ ਟ੍ਰੈਪੀਜ਼ੀਅਮ ਦਾ। ਦੋਨੇ ਪੈਰਲਲ ਸਾਈਡਾਂ ਮਤਲਬ 48 ਤੇ 40 ਇਹ ਵੀ ਪਤਾ ਨੇ, ਤੇ ਦੋਨਾਂ ਦੇ ਵਿੱਚ ਦੂਰੀ ਕਿੰਨੀ ਹੈ ਇਹ ਵੀ ਪਤਾ। ਤਾਂ ਸਭ ਤੋਂ ਪਹਿਲਾਂ ਫਾਰਮੂਲਾ ਲਿਖੋ। ਏਰੀਆ ਆਫ ਟ੍ਰੈਪੀਜ਼ੀਅਮ ਸਮਲੰਬ ਚਤੁਰਭੁਜ ਦਾ ਖੇਤਰਫਲ ਬਰਾਬਰ ਹੈ 1/2 ਗੁਣਾ। ਹੁਣ ਇੱਥੇ ਸਮਾਂਤਰ ਭੁਜਾਵਾਂ ਕਿਹੜੀਆਂ ਕਿਹੜੀਆਂ ਨੇ ਉਹੀ ਵਾਲੀਆਂ ਲਿਖਿਓ। ਇੱਕ ਤਾਂ ਹੈ ਏ ਡੀ ਤੇ ਇੱਕ ਹੈ ਬੀ ਸੀ, ਤੇ ਇਹਨਾਂ ਦੀ ਹਾਈਟ ਕਿਹੜੀ ਸੀਗੀ? ਏ ਬੀ। ਠੀਕ ਹੈ, ਜਿਸ ਤਰ੍ਹਾਂ ਦਾ ਸਵਾਲ ਹੁੰਦਾ ਬੇਟਾ ਉਸੇ ਤਰ੍ਹਾਂ ਨਾਲ ਲਿਖ ਦਿਆ ਕਰੋ। ਹੁਣ ਇਹ ਕਿੰਨੀਆਂ ਕਿੰਨੀਆਂ ਦਿੱਤੀਆਂ ਹੋਈਆਂ ਸੀ? ਏ ਡੀ ਕਿੰਨੀ ਹੈ? 40। ਬੀ ਸੀ ਕਿੰਨੀ ਹੈ? 48। ਤੇ ਏ ਬੀ ਆਪਾਂ ਹੁਣੀ ਉਚਾਈ ਕੱਢੀ ਹੈ 15। 40 ਦੇ ਵਿੱਚ 48 ਜੋੜੋਗੇ ਬਣ ਜੂਗਾ 88। ਹੁਣ 2 ਦੇ ਨਾਲ 88 ਤਾਂ ਕੱਟਦਾ ਨਾ 44 ਤੇ ਆ ਜੂਗਾ 44 ਗੁਣਾ 15। ਇਹਨਾਂ ਨੂੰ ਗੁਣਾ ਕਰ ਲਓ ਆਪਸ ਦੇ ਵਿੱਚ। 15 ਚੌਕਾ 60 ਹਸਲ 6, 60 ਤੇ 6 66। ਤਾਂ ਇਹ ਆ ਜੂਗਾ 660 ਮੀਟਰ ਸਕੁਅਰ। ਤਾਂ ਦੇਖੋ ਬੇਟਾ ਸਮ ਨੂੰ ਦੁਬਾਰੇ ਆਪਾਂ ਨੂੰ ਇੱਕ ਸ਼ੇਪ ਬਣਾ ਕੇ ਦਿੱਤੀ ਹੋਈ ਸੀ ਫੀਲਡ ਦੀ। 3 ਸਾਈਡਾਂ ਗਿਵਨ ਸੀਗੀਆਂ 1 2 ਤੇ 3। ਠੀਕ ਹੈ, ਤੇ ਜਿਹੜੀ ਚੌਥੀ ਸਾਈਡ ਨਹੀਂ ਪਤਾ ਸੀ ਉਹਦੇ ਲਈ ਆਪਾਂ ਨੂੰ ਪਰਿਮਾਪ ਦਿੱਤਾ ਹੋਇਆ ਸੀ। ਤਾਂ ਪਰਿਮਾਪ ਨੂੰ ਯੂਜ਼ ਕਰਕੇ ਆਪਾਂ ਚੌਥੀ ਸਾਈਡ ਪਤਾ ਕਰ ਲਈ। ਉਹੀ ਚੌਥੀ ਸਾਈਡ ਕੀ ਸੀ? ਆਪਣੀ ਹਾਈਟ। ਠੀਕ ਹੈ, ਉਸ ਤੋਂ ਬਾਅਦ ਆਪਾਂ ਫਾਰਮੂਲਾ ਲਿਖਿਆ, ਸਾਰੀਆਂ ਆਪਣੇ ਕੋਲ ਵੈਲਿਊਜ਼ ਸੀਗੀਆਂ ਤੇ ਆਪਣਾ ਖੇਤਰਫਲ ਕਿੰਨਾ ਆ ਗਿਆ? 660 ਮੀਟਰ ਸਕੁਅਰ। ਠੀਕ ਹੈ ਬੇਟਾ, ਥਰਡ ਕੁਐਸਚਨ ਚੰਗੀ ਤਰ੍ਹਾਂ ਸਮਝ ਆ ਗਿਆ। ਨੈਕਸਟ ਕੁਐਸਚਨ ਕਰਦੇ ਹਾਂ। ਹਾਂਜੀ ਦੇਖੋ, ਹੁਣ ਜਿਹੜਾ ਚੌਥਾ ਕੁਐਸਚਨ ਹੈ ਉਹਦੇ ਵਿੱਚ ਇਹਨੇ ਕਿਹਾ ਵੀ ਇੱਕ ਚਤੁਰਭੁਜ ਦੇ ਆਕਾਰ ਦਾ ਖੇਤ ਹੈ, ਉਸਦਾ ਵਿਕਰਨ ਹੈਗਾ 24 ਮੀਟਰ। ਸ਼ਕਲ ਨਾਲ ਬਣੀ ਹੋਈ ਹੈ ਦੇਖੋ। ਬਾਕੀ ਸਨਮੁਖ ਸਿਖਰਾਂ ਤੋਂ ਇਸਦੇ ਵਿਕਰਨ ਤੇ ਖਿੱਚੇ ਗਏ ਲੰਬ। ਹੁਣ ਇਹ ਵਿਕਰਨ ਹੈ ਇੱਕ ਕਹਿੰਦੇ 24 ਤੇ ਉਹਦੇ ਉੱਪਰ 2 ਲੰਬ ਖਿੱਚੇ ਨੇ, ਇੱਕ 13 ਮੀਟਰ ਹੈ ਤੇ ਦੂਜਾ 8 ਮੀਟਰ ਹੈ। ਖੇਤ ਦਾ ਖੇਤਰਫਲ ਪਤਾ ਕਰੋ। ਹਾਂਜੀ, ਹੁਣ ਆਪਾਂ ਇਸ ਫਿਗਰ ਨੂੰ ਆਪਾਂ ਇੰਗਲਿਸ਼ 'ਚ ਦੇਖਦੇ ਹਾਂ। ਜਿਹੜੇ ਕਹਿੰਦੇ ਡਾਇਗਨਲ ਹੈ ਕੁਆਡਰੀਲੇਟਰਲ ਦਾ ਸ਼ੇਪਡ ਫੀਲਡ ਦਾ 24 ਮੀਟਰ ਹੈ ਤੇ ਪਰਪੈਂਡੀਕੂਲਰਸ ਡਰੋਪਡ ਔਨ ਇਟ। ਥੋੜਾ ਜਿਹਾ ਆਪਾਂ ਜ਼ੂਮ ਕਰੀਏ ਤਾਂ ਕਿ ਤੁਹਾਨੂੰ ਇੱਥੋਂ ਹੀ ਮੈਂ ਦਿਖਾ ਸਕਾਂ ਕਿ ਕੀ ਇਹਦੇ ਵਿੱਚ ਫੰਡਾ ਹੈ, ਕਿਵੇਂ ਸੋਲਵ ਕਰਨਾ ਹੈ। ਹਾਂਜੀ ਦੇਖੋ, ਇਹ 24 ਦਿੱਤਾ ਹੋਇਆ
ਤੇ ਇਹ ਜਿਹੜੇ ਪੈਪਰਪੈਂਡੀਕੂਲਰਸ ਨੇ ਫਰੋਮ ਦਾ ਰਿਮੇਨਿੰਗ ਆਪੋਜ਼ਿਟ ਵਰਟਿਸਿਸ, ਦੂਜੇ ਸਾਹਮਣੇ ਵਾਲੇ ਵਰਟੈਕਸ ਤੋਂ ਉਹ ਦਿੱਤੇ ਹੋਏ ਨੇ 13 ਤੇ 8। ਇਸ ਖੇਤ ਦਾ ਆਪਾਂ ਕੀ ਪਤਾ ਕਰਨਾ ਹੈ, ਖੇਤਰਫਲ। ਤਾਂ ਬੱਚੇ ਇਹਨੂੰ ਆਪਾਂ ਦੋ ਤਿਕੋਣਾਂ 'ਚ ਵੰਡ ਲਓ। ਪਹਿਲਾਂ ਦੇਖੋ ਇਹ ਉੱਪਰ ਵਾਲੀ ਤਿਕੋਣ ਹੈ, ਇਸ ਦੇ ਵਿੱਚ ਤੁਹਾਨੂੰ ਆਧਾਰ ਵੀ ਪਤਾ ਹੈ ਤੇ ਲੰਬ ਵੀ ਪਤਾ ਹੈ, ਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਫਾਰਮੂਲਾ ਕੀ ਹੁੰਦਾ ਹੈ ਤਿਕੋਣ ਦੇ ਖੇਤਰਫਲ ਦਾ, 1/2 ਗੁਣਾ ਆਧਾਰ ਗੁਣਾ ਸਿਖਰ ਲੰਬ, 1/2 ਇੰਟੂ ਬੇਸ ਇੰਟੂ ਹਾਈਟ। ਫਿਰ ਇੱਧਰ ਵਾਲੀ ਟਰਾਇੰਗਲ ਦੇਖ ਲਓ, ਇਹਦੇ ਵਿੱਚ ਵੀ ਤੁਹਾਨੂੰ ਬੇਸ ਵੀ ਪਤਾ ਹੈ, ਹਾਈਟ ਵੀ ਪਤਾ ਹੈ। ਤਾਂ ਇਹਦਾ ਮਤਲਬ ਇਸ ਫਿਗਰ ਨੂੰ ਆਪਾਂ ਦੋ ਟਰਾਇੰਗਲਸ ਦੇ ਵਿੱਚ ਕੀ ਕਹਿੰਦੇ ਨੇ ਕਨਵਰਟ ਕਰਕੇ ਦੋ ਟਰਾਇੰਗਲਸ ਦੇ ਵਿੱਚ ਵੰਡ ਕੇ ਖੇਤਰਫਲ ਨੂੰ ਕੱਢਾਂਗੇ। ਠੀਕ ਹੈ ਜੀ, ਤਾਂ ਸ਼ੁਰੂ ਕਰਦੇ ਹਾਂ ਬੇਟਾ ਇਸ ਸਮ ਨੂੰ। ਇਹ ਹੈਗਾ ਤੁਹਾਡਾ ਸਮ ਨੰਬਰ 4। ਤੁਸੀਂ ਕੀ ਕਰੋ, ਜਿਹੜੀ ਫਿਗਰ ਬਣੀ ਹੋਈ ਹੈ ਉਹਨੂੰ ਕੋਈ ਨਾ ਕੋਈ ਨਾਮ ਦੇ ਦਿਓ ਤਾਂ ਕਿ ਤੁਹਾਨੂੰ ਲਿਖਣ 'ਚ ਪਰੇਸ਼ਾਨੀ ਨਾ ਹੋਵੇ। ਇੱਥੇ ਸੀਗਾ ਨਾਮ ਆਪਣੇ ਕੋਲੇ B C A D, ਤੇ ਜਿਹੜੇ ਲੰਬ ਨੇ ਉਹਨਾਂ ਨੂੰ ਵੀ ਨਾਮ ਦੇ ਲਓ। ਇੱਥੇ ਲੰਬ ਸੀਗਾ, ਇਹ 24 ਦਿੱਤਾ ਹੋਇਆ ਸੀ। ਇੱਕ ਲੰਬ ਹੈਗਾ ਤੁਹਾਡੇ ਕੋਲੇ 13 ਮੀਟਰ ਤੇ ਦੂਸਰਾ ਹੈਗਾ 8 ਮੀਟਰ। ਹੁਣ ਤੁਸੀਂ ਲਿਖੋਗੇ ਏਰੀਆ ਆਫ ਫੀਲਡ, ਵੀ ਇਸ ਜਿਹੜਾ ਖੇਤ ਹੈ ਉਸਦਾ ਖੇਤਰਫਲ, ਖੇਤ ਦਾ ਖੇਤਰਫਲ ਕਿਵੇਂ ਆਊਗਾ। ਪਹਿਲਾਂ ਤਾਂ ਤੁਸੀਂ ਏਰੀਆ ਕੱਢਣਾ ਹੈ ABC ਦਾ, ਫਿਰ ਉਹਦੇ ਵਿੱਚ ਪਲੱਸ ਕਰ ਦੇਣਾ ਏਰੀਆ ਕਿਹਦਾ, ADC ਦਾ। ਇਹਨੂੰ ਆਈ ਲਿਖ ਲਿਓ, ਚਾਹੇ ਤੁਹਾਡਾ ਪੰਜਾਬੀ ਮੀਡੀਅਮ ਹੈ ਚਾਹੇ ਇੰਗਲਿਸ਼ ਮੀਡੀਅਮ, ਇਹਨੂੰ ਇੱਦਾਂ ਹੀ ਲਿਖ ਲਿਓ। ਠੀਕ ਹੈ ਬੇਟਾ। ਹੁਣ ਇਸ ਤੋਂ ਬਾਅਦ ਆਪਣੇ ਕੋਲੇ ਜਿਹੜਾ ਖੇਤਰਫਲ ਹੈ ABC ਦਾ, ਉਹਦੇ ਵਿੱਚ ਆਧਾਰ ਕਿੰਨਾ ਹੈ, ਇਸ ਵਾਲੇ ਦੇ ਵਿੱਚ ਆਧਾਰ ਤਾਂ 24 ਰਹੂਗਾ ਤੇ ਉਹਦਾ ਲੰਬ ਕਿੰਨਾ ਹੈ 13। ਦੂਜੇ ਦੇ ਵਿੱਚ ਆਧਾਰ ਹੈ ਜਿਹੜਾ ਉਹ ਤਾਂ 24 ਹੀ ਰਹੂਗਾ ਤੇ ਉਹਦਾ ਲੰਬ ਕਿੰਨਾ ਹੈ 8। ਇਹਨੂੰ ਸੋਲਵ ਕਰਾਂਗੇ। ਦੇਖੋ 2 ਦੇ ਨਾਲ 24 ਨੂੰ ਕਟਾ ਲਓ, ਇੱਧਰੋਂ ਵੀ 2 ਦੇ ਨਾਲ 24 ਨੂੰ ਕਟਾ ਲਓ। ਤੇ ਪਹਿਲੇ 'ਚ ਤੁਹਾਡੇ ਕੋਲ ਰਹਿ ਗਿਆ 12 ਗੁਣਾ 13, ਦੂਜੇ ਦੇ ਵਿੱਚ ਰਹਿ ਗਿਆ 12 ਗੁਣਾ 8। 12 ਨੂੰ 13 ਨਾਲ ਗੁਣਾ ਕਰੋ, 13 ਗੁਣਾ 26 ਹਸਲ 2, 13 ਏਕਮ 13 ਤੇ 2 15, ਇਹ ਆ ਜਾਊਗਾ 156 ਤੇ 12 8 ਕਿੰਨਾ ਹੁੰਦਾ 96। ਇਹਨਾਂ ਨੂੰ ਜੋੜੋਗੇ ਆਨਸਰ ਆਊਗਾ 252 ਮੀਟਰ ਸਕੁਅਰ। ਤਾਂ ਆਪਾਂ ਕੁਝ ਵੀ ਨਹੀਂ ਕੀਤਾ ਬੇਟਾ, ਇਹਦੇ ਵਿੱਚ ਫਾਰਮੂਲਾ ਤਿਕੋਣ ਦੇ ਖੇਤਰਫਲ ਦਾ ਜੋੜਿਆ, ਜਿਹੜਾ ਹੈਗਾ ਸੀਗਾ 1/2 ਗੁਣਾ ਬੇਸ ਗੁਣਾ ਹਾਈਟ। ਠੀਕ ਹੈ, ਬੇਸ ਵੀ ਪਤਾ ਸੀ, ਹਾਈਟ ਵੀ ਪਤਾ ਸੀ, ਔਰ ਜਿਹੜਾ ਖੇਤ ਸੀ ਉਹ ਦੋ ਤਿਕੋਣਾਂ ਦੇ ਰੂਪ ਵਿੱਚ ਸੀ। ਠੀਕ ਹੈ ਬੇਟਾ, ਇਹ ਸਮਝ ਆ ਗਿਆ ਤੁਹਾਨੂੰ ਕੁਐਸਚਨ। ਸਕਰੀਨਸ਼ਾਟ ਲੈ ਲਓ ਜਾਂ ਫਟਾਫਟ ਆਪਣੀ ਨੋਟਬੁੱਕ ਦੇ ਉੱਪਰ ਨੋਟ ਕਰ ਲਓ। ਹਾਂਜੀ ਬੇਟੇ, 5th ਕੁਐਸਚਨ ਆਪਾਂ ਕਰ ਰਹੇ ਹਾਂ। 5th ਕੁਐਸਚਨ ਹੈ ਦ ਡਾਇਗਨਲਸ ਆਫ ਰੋਮਬਸ ਆਰ। ਆਪਾਂ ਨੂੰ ਦੋਨੋਂ ਡਾਇਗਨਲ ਦਿੱਤੇ ਹੋਏ ਨੇ, ਦੋਨੇ ਵਿਕਰਨ ਦਿੱਤੇ ਹੋਏ ਨੇ, ਤਾਂ ਆਪਾਂ ਇੱਕ ਨੂੰ ਤਾਂ D1 ਕਹਿ ਲਓ, ਠੀਕ ਹੈ, ਦੂਜੇ ਨੂੰ ਕਹਿ ਲਓ D2, ਕਿਉਂਕਿ ਆਪਾਂ ਫਾਰਮੂਲੇ 'ਚ D1 ਤੇ D2 ਯੂਜ਼ ਕੀਤਾ ਸੀ। ਕਹਿੰਦੇ ਫਾਈਂਡ ਇਟਸ ਏਰੀਆ, ਇਹਦਾ ਖੇਤਰਫਲ ਪਤਾ ਕਰੋ। ਜਮੀ ਸੌਖਾ ਸਵਾਲ ਹੈ। ਤਾਂ ਏਰੀਆ ਆਫ ਰੋਮਬਸ, ਪੰਜਾਬੀ 'ਚ ਲਿਖੋਗੇ ਸਮ ਚਤੁਰਭੁਜ ਦਾ ਖੇਤਰਫਲ ਕੀ ਹੁੰਦਾ ਹੈ 1/2 ਗੁਣਾ ਪਹਿਲਾ ਵਿਕਰਨ ਗੁਣਾ ਦੂਜਾ ਵਿਕਰਨ। ਤੁਸੀਂ ਸਿਰਫ ਵੈਲਿਊ ਭਰਨੀ ਹੈ, ਤੁਹਾਡਾ ਆਨਸਰ ਆ ਜਾਏਗਾ। ਦੇਖੋ 1/2 ਪਹਿਲਾ ਵਿਕਰਨ ਕਿੰਨਾ ਹੈ 7.5, ਦੂਜਾ ਕਿੰਨਾ ਹੈ 12। ਤਾਂ 2 ਦੇ ਨਾਲ 12 ਤਾਂ ਕੱਟ ਸਕਦਾ ਨਾ, ਕਿੰਨਾ ਆ ਗਿਆ 6 ਤੇ ਕੱਟ ਗਿਆ, 7.5 ਗੁਣਾ 6 ਰਹਿ ਗਿਆ। ਇਹਨਾਂ ਨੂੰ ਗੁਣਾ ਕਰ ਲਓ, 6 5 30 ਹਸਲ 3, 7 6 42, 42 ਤੇ 3 ਕਿੰਨਾ ਹੁੰਦਾ ਜੀ 45। ਇੱਕ ਤੋਂ ਬਾਅਦ ਪੁਆਇੰਟ ਹੈ, ਆਪਾਂ ਵੀ ਇੱਕ ਤੋਂ ਬਾਅਦ ਪੁਆਇੰਟ ਪਾਵਾਂਗੇ, ਪਿਛਲੀ 0 ਖਤਮ ਹੋ ਜੂਗੀ, ਆਪਣੇ ਕੋਲ ਆ ਜਾਊਗਾ ਆਨਸਰ 45 ਸੈਂਟੀਮੀਟਰ ਸਕੁਅਰ। ਠੀਕ ਹੈ, ਤਾਂ ਦੇਖੋ ਕਿੰਨਾ ਸੌਖਾ ਸਵਾਲ ਸੀ, ਪਰ ਸੌਖਾ ਤਾਂ ਹੋਊਗਾ ਜੇ ਤੁਹਾਨੂੰ ਪੇਪਰ ਤੱਕ ਫਾਰਮੂਲਾ ਯਾਦ ਰਹੂਗਾ। ਪੇਪਰ ਤੱਕ ਕਿਉਂ, ਅੱਗੇ ਵੀ ਤੁਸੀਂ ਹੋਰ ਟੈਸਟ ਵੀ ਦੇਣੇ ਆ, 9ਵੀਂ 10ਵੀਂ ਵੀ ਕਰਨੀ ਹੈ। ਫਾਰਮੂਲੇ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਯਾਦ ਰੱਖੋ। ਤਾਂ ਏਰੀਆ ਆਫ ਰੋਮਬਸ ਕੀ ਹੈ 1/2 ਗੁਣਾ ਪਹਿਲਾ ਵਿਕਰਨ ਗੁਣਾ ਦੂਜਾ ਵਿਕਰਨ। ਤਾਂ ਦੋਨੋਂ ਵਿਕਰਨ ਦਿੱਤੇ ਹੋਏ ਸੀ, ਆਪਾਂ ਫਾਰਮੂਲੇ ਦੇ ਵਿੱਚ ਪੁੱਟ ਕਰਦੇ। ਹਾਂਜੀ ਬੇਟਾ, ਹੁਣ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਕੁਐਸਚਨ ਨੰਬਰ 6। ਕੁਐਸਚਨ ਨੰਬਰ 6 ਦੇ ਵਿੱਚ ਕੀ ਹੈ, ਫਾਈਂਡ ਦਾ ਏਰੀਆ ਆਫ ਰੋਮਬਸ whose side is 5 and whose altitude is 4.8। ਤਾਂ ਆਪਣੇ ਕੋਲੇ ਬੇਟਾ ਇੱਕ ਰੋਮਬਸ ਹੈ ਜਿਹਦੀਆਂ ਸਾਰੀਆਂ ਸਾਈਡਸ ਬਰਾਬਰ ਨੇ, ਉਹਦੀ ਤੁਹਾਨੂੰ ਹਾਈਟ ਵੀ ਦਿੱਤੀ ਹੋਈ ਹੈ
ਐਲਟੀਟਿਊਡ ਦਾ ਮਤਲਬ ਹੁੰਦਾ ਹਾਈਟ, ਤੇ ਉਹਦਾ ਤੁਹਾਨੂੰ ਬੇਸ ਵੀ ਦਿੱਤਾ ਹੋਇਆ ਇੱਕ। ਠੀਕ ਹੈ, ਹੁਣ ਉਹਨੇ ਕੀ ਕਿਹਾ, 1 ਆਫ ਇਟਸ ਡਾਇਗਨਲ, ਤੇ ਇਹਦਾ ਇੱਕ ਡਾਇਗਨਲ ਕਿੰਨਾ ਦਿੱਤਾ ਹੋਇਆ, 8 ਮੀਟਰ ਲੌਂਗ, ਤੇ ਕਹਿੰਦੇ ਦੂਸਰਾ ਡਾਇਗਨਲ ਇਹਦਾ ਪਤਾ ਕਰੋ, 8 ਸੈਂਟੀਮੀਟਰ ਹੈ। ਠੀਕ ਹੈ, ਤਾਂ ਹੁਣ ਆਪਾਂ ਨੇ ਇੱਥੇ ਕੀ ਕਰਨਾ, ਇੱਕ ਤਾਂ ਬੇਸ ਤੇ ਹਾਈਟ ਗਿਵਨ ਹੈ, ਤੇ ਇੱਕ ਤੁਹਾਨੂੰ ਡਾਇਗਨਲ ਗਿਵਨ ਹੈ। ਤਾਂ ਦੋ ਫਾਰਮੂਲੇ ਯੂਜ਼ ਹੋਣਗੇ। ਕਿੱਦਾਂ, ਜਿਹੜਾ ਏਰੀਆ ਆਫ ਰੋਮਬਸ ਹੈ ਬੇਟੇ, ਉਹ ਪੈਰਲੋਗ੍ਰਾਮ ਦੀ ਤਰ੍ਹਾਂ, ਸਮਾਂਤਰ ਚਤਰਭੁਜ ਦੀ ਤਰ੍ਹਾਂ ਕੀ ਹੁੰਦਾ, ਆਧਾਰ ਗੁਣਾ ਸਿਖਰ ਲੰਬ। ਸਮ ਚਤਰਭੁਜ ਦਾ ਖੇਤਰਫਲ ਬੇਸ ਮਲਟੀਪਲਾਈ ਬਾਏ ਹਾਈਟ ਵੀ ਹੁੰਦਾ, ਆਧਾਰ ਗੁਣਾ ਸਿਖਰ ਲੰਬ। ਤਾਂ ਤੁਹਾਨੂੰ ਆਧਾਰ ਵੀ ਪਤਾ ਹੈ 5, ਤੇ ਤੁਹਾਨੂੰ ਲੰਬ ਵੀ ਪਤਾ ਹੈ ਕਿੰਨਾ, 4 ਪੁਆਇੰਟ ਕਿੰਨਾ ਦਿੱਤਾ ਹੋਇਆ ਸੀ ਇਹਦੀ ਹਾਈਟ, ਐਲਟੀਟਿਊਡ 4 ਸੈਂਟੀਮੀਟਰ, 4 ਹੀ ਹੈ ਨਾ, ਮੈਂ ਕੁਛ ਐਲਟੀਟਿਊਡ ਇਜ਼ 4.8 ਹੈ। ਠੀਕ ਹੈ, 4.8 ਸੈਂਟੀਮੀਟਰ। ਹੁਣ ਇਹਨੂੰ ਗੁਣਾ ਕਰ ਲਓ, ਇਹਨੂੰ ਗੁਣਾ ਕਰਾਂਗੇ, ਆ ਜਾਊਗਾ 8 5 40 ਹਸਲ 4 5 ਚੌਕਾ 20 20 ਤੇ 4 24, ਤਾਂ 240 ਆ ਗਿਆ। ਇੱਕ ਤੋਂ ਬਾਅਦ ਪੁਆਇੰਟ ਹੈ, ਆਪਾਂ ਵੀ ਪੁਆਇੰਟ ਲਾਵਾਂਗੇ ਤੇ ਪਿਛਲੀ 0 ਖਤਮ ਹੋ ਜੂਗੀ, ਤਾਂ ਇਹਦਾ ਆਂਸਰ ਆ ਜਾਊਗਾ 24 ਸੈਂਟੀਮੀਟਰ ਸਕੁਅਰ। ਠੀਕ ਹੈ ਜੀ, ਤਾਂ ਇੰਨਾ ਆ ਗਿਆ ਆਪਣੇ ਕੋਲੇ ਸਮ ਚਤਰਭੁਜ ਦਾ ਖੇਤਰਫਲ। ਹੁਣ ਇੱਥੇ ਕੀ ਕਰਨਾ, ਆਪਾਂ ਖੇਤਰਫਲ ਦੁਬਾਰੇ ਪਤਾ ਕਰਨਾ, ਡਾਇਗਨਲਸ ਵਰਤ ਕੇ। ਏਰੀਆ ਆਫ ਰੋਮਬਸ 1/2 ਗੁਣਾ ਡਾਇਗਨਲ 1 ਗੁਣਾ ਡਾਇਗਨਲ 2, ਤਾਂ ਇੱਕ ਡਾਇਗਨਲ ਤੁਹਾਨੂੰ ਪਤਾ ਹੈ ਕਿੰਨਾ, 8, ਤੇ ਦੂਜਾ ਨਹੀਂ ਪਤਾ। ਇਹ 2 ਨਾਲ 8 ਕੱਟ ਗਿਆ, ਕਿੰਨਾ ਆ ਗਿਆ, 4। ਤਾਂ ਇਧਰੋਂ ਤੁਹਾਡਾ ਖੇਤਰਫਲ ਕਿੰਨਾ ਆ ਗਿਆ, 4 ਗੁਣਾ D2। ਤਾਂ ਪਹਿਲੇ ਖੇਤਰਫਲ ਨੂੰ ਤੁਸੀਂ 1 ਨੰਬਰ ਦਿਓ, ਦੂਜੇ ਖੇਤਰਫਲ ਨੂੰ ਤੁਸੀਂ 2 ਨੰਬਰ ਦਿਓ। ਹੁਣ ਦੋਨੋਂ ਇੱਕੋ ਹੀ ਚੀਜ਼ ਦੇ ਖੇਤਰਫਲ ਨੇ, ਤੁਸੀਂ ਕੁਛ ਅਲੱਗ ਤਾਂ ਕਰਿਆ ਨਹੀਂ, ਤਾਂ ਇਹ ਦੋਨੇ ਖੇਤਰਫਲ ਆਪਸ 'ਚ ਕੀ ਹੋਣੇ ਚਾਹੀਦੇ ਨੇ, ਇਕੁਅਲ। ਇੱਥੇ ਤੁਸੀਂ ਲਿਖੋਗੇ 1 ਅਤੇ 2 ਤੋਂ, ਫਰੋਮ 1 ਐਂਡ 2। ਜਿਹੜਾ ਤੁਹਾਡਾ ਖੇਤਰਫਲ ਆਇਆ 4 ਗੁਣਾ ਡਾਇਗਨਲ 2, ਉਹ ਕਿਹਦੇ ਬਰਾਬਰ ਹੋਣਾ ਚਾਹੀਦਾ ਹੈ, 24 ਦੇ। ਤਾਂ ਇੱਥੋਂ ਤੁਸੀਂ ਕੀ ਕਰੋਗੇ, D2 ਕਿੰਨਾ ਆਊਗਾ, 24/4, 4 ਨਾਲ ਇਹ ਡਿਵਾਈਡ ਹੋ ਜਾਊਗਾ, ਤੇ ਕਿੰਨਾ ਆ ਗਿਆ, 6 ਚੌਕਾ 24। ਤਾਂ ਦੂਜਾ ਡਾਇਗਨਲ ਕਿੰਨਾ ਆ ਗਿਆ, 6 ਸੈਂਟੀਮੀਟਰ। ਠੀਕ ਹੈ ਜੀ, ਇਹ ਗੱਲ ਕਲੀਅਰ ਹੋ ਗਈ, ਸਮਝ ਆ ਗਿਆ ਬੇਟੇ ਤੁਹਾਨੂੰ ਇਹ ਸਾਰਾ ਕੁਐਸਚਨ। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕੀਤਾ ਸੀ, ਜਿਹੜਾ ਖੇਤਰਫਲ ਸੀ ਉਹਨੂੰ ਦੋ ਢੰਗ ਨਾਲ ਕੱਢਿਆ। ਅੱਛਾ, ਇੱਥੇ ਤੁਸੀਂ ਇੱਕ ਹੋਰ ਚੀਜ਼ ਵੀ ਕਰ ਸਕਦੇ ਹੋ, ਜਿਵੇਂ ਤੁਹਾਨੂੰ ਸਮ ਚਤਰਭੁਜ ਦਿੱਤਾ ਹੋਇਆ ਸੀ, ਤਾਂ ਉਹਦੀ ਸਾਰੀਆਂ ਸਾਈਡਾਂ ਕਿੰਨੀਆਂ ਸੀ, 5 ਬੇਸ ਸੀਗਾ। फाइव ਸੀ कि 6 एक मिनट देखिए स्टेटमेंट ਦੇ ਵਿੱਚ साइड इज 5 सेंटीमीटर, ਤਾਂ 5 ਹੀ ਬੇਸ ਸੀਗਾ। ਤੇ ਜਿਹੜਾ ਇਹਦਾ ਇੱਕ ਹਾਈਟ ਸੀ ਉਹ ਕਿੰਨੀ ਦਿੱਤੀ ਹੋਈ ਸੀ ਆਪਾਂ ਨੂੰ, 4 ਸੈਂਟੀਮੀਟਰ, ਤੇ ਇੱਕ ਡਾਇਗਨਲ ਕਿੰਨਾ ਦਿੱਤਾ ਹੋਇਆ ਸੀ, 8। ਤਾਂ ਆਪਾਂ ਇਹਨੂੰ ਕੀਤਾ ਕੀ ਹੈ, ਤਾਂ ਆਪਾਂ ਇਹਦੇ ਵਿੱਚ ਕੀ ਕੀਤਾ ਹੈ, ਆਪਾਂ ਨੇ ਬੇਸ ਮਲਟੀਪਲਾਈ ਬਾਏ ਹਾਈਟ ਕੱਢਿਆ। ਤਾਂ ਦੇਖੋ ਬੇਟੇ ਇਹਦੇ ਵਿੱਚ 4.8 ਸੀਗਾ ਆਪਣੇ ਕੋਲੇ ਜਿਹੜਾ ਐਲਟੀਟਿਊਡ ਸਿਖਰ ਲੰਬ। ਤਾਂ ਸਭ ਤੋਂ ਪਹਿਲਾਂ ਆਪਾਂ ਆਧਾਰ ਗੁਣਾ ਸਿਖਰ ਲੰਬ ਕਰਕੇ ਖੇਤਰਫਲ ਕੱਢਿਆ। ਠੀਕ ਹੈ, ਉਹ 24 ਆ ਗਿਆ। ਉਸ ਤੋਂ ਬਾਅਦ ਆਪਾਂ ਡਾਇਗਨਲ 1 1/2 ਗੁਣਾ ਡਾਇਗਨਲ 1 ਗੁਣਾ ਡਾਇਗਨਲ 2 ਲਾ ਕੇ ਆਪਣਾ ਆਂਸਰ ਕੱਢਿਆ। ਤਾਂ ਇਹ ਆ ਗਿਆ ਸੀਗਾ 4 ਗੁਣਾ D2। ਤਾਂ ਇਹ ਦੋਨੋਂ ਆਪਸ 'ਚ ਬਰਾਬਰ ਹੋਣੇ ਚਾਹੀਦੇ ਸੀ, ਇਹਨਾਂ ਨੂੰ ਬਰਾਬਰ ਰੱਖਿਆ ਤਾਂ ਆਪਣੇ ਕੋਲੇ ਡਾਇਗਨਲ 2 ਆ ਜਾਏਗਾ। ਠੀਕ ਹੈ ਜੀ, ਦੇਖੋ ਇਹਦਾ ਹੁਣ ਸਕਰੀਨਸ਼ਾਟ ਲੈ ਲਓ ਜਾਂ ਇਹਨੂੰ ਫਟਾਫਟ ਆਪਣੀ ਨੋਟਬੁੱਕ ਤੇ ਨੋਟ ਕਰ ਲਓ। ਠੀਕ ਹੈ ਬੇਟਾ, ਇਹ ਸੀਗਾ ਕੁਐਸਚਨ ਨੰਬਰ 6। ਤੇ ਇਹਦੇ ਨਾਲ ਬੇਟੇ ਆਪਣੀ ਇਹ ਅੱਜ ਦੀ ਵੀਡੀਓ ਮੈਂ ਖਤਮ ਕਰ ਰਹੀ ਹਾਂ। ਜਿਹੜੇ ਨੈਕਸਟ ਕੁਐਸਚਨਸ ਰਹਿ ਗਏ ਉਹ ਆਪਾਂ ਇਸ ਤੋਂ ਨੈਕਸਟ ਵੀਡੀਓ ਦੇ ਵਿੱਚ ਕੰਪਲੀਟ ਕਰਾਂਗੇ। ਠੀਕ ਹੈ ਬੇਟਾ, ਤਦ ਤੱਕ ਲਈ ਬਾਏ ਬੱਚੇ।